मॉर्निंग स्टूडेंट्स। आज करांगे बेटा ਆਪਾਂ बीटा रे स्पैक्ट्रा एंड न्यूट्रिनो पोस्टुलेट्स। ਜਿਹੜਾ ਆਪਣਾ ਪ੍ਰੀਵੀਅਸ ਟੌਪਿਕ ਸੀਗਾ ਉਹਦੇ ਵਿੱਚ ਆਪਾਂ ਨੇ ਦੇਖਿਆ ਸੀ ਕਿ ਬੀਟਾ ਡਿਕੇ ਦੇ ਟਾਈਪਸ ਕੀ ਨੇ। 3 ਮੋਡ ਸੀਗੇ ਬੀਟਾ ਡਿਕੇ ਦੇ। ਹੁਣ ਆਪਾਂ ਨੇ ਐਕਚੁਅਲੀ ਉਹਦਾ ਸਾਰਾ ਥਿਓਰੈਟੀਕਲ ਪੋਰਸ਼ਨ ਪੜ੍ਹਨਾ ਕਿ ਬੀਟਾ ਡਿਕੇ ਕਿਸ ਤਰ੍ਹਾਂ ਹੁੰਦਾ ਹੈ। ਕਲੀਅਰ ਹੈ। ਤਾਂ ਬੀਟਾ ਡਿਕੇ ਦੇ ਕੇਸ 'ਚ ਬੀਟਾ 'ਚ ਨਿਊਟ੍ਰੀਨੋ ਪੋਸਟੂਲੇਟਸ ਨੇ ਜਿਹੜੇ ਇਹ ਪੋਲੀਜ਼ ਨੇ ਦਿੱਤੇ ਸੀਗੇ। ਤੇ ਜਦੋਂ ਇਹ ਇਨੀਸ਼ੀਅਲੀ ਬੀਟਾ ਡਿਕੇ ਨੂੰ ਸਟੱਡੀ ਕੀਤਾ ਗਿਆ ਤਾਂ ਉਹਦੇ ਵਿੱਚ ਕੀ ਪ੍ਰੋਬਲਮ ਸੀਗੀ, ਉਹ ਪ੍ਰੋਬਲਮਸ ਨੂੰ ਕਿਸ ਤਰ੍ਹਾਂ ਰਿਜ਼ੋਲਵ ਕੀਤਾ ਗਿਆ। ਕਲੀਅਰ ਹੈ। ਹੁਣ ਦੇਖੋ ਮੈंने ਇੱਥੇ 2 ਗ੍ਰਾਫ ਪਲਾਟ ਕੀਤੇ ਹੋਏ ਨੇ, ਏ ਗ੍ਰਾਫ ਐਂਡ ਬੀ ਗ੍ਰਾਫ। ਅਗਰ ਤੁਸੀਂ ਏ ਗ੍ਰਾਫ ਨੂੰ ਦੇਖੋ ਤਾਂ ਏ ਗ੍ਰਾਫ 'ਚ ਐਕਸ ਐਕਸਿਸ ਤੇ ਹੈ ਆਪਣੀ એનર્ਜੀ। ਏ ਗ੍ਰਾਫ ਜਿਹੜਾ ਹੈ ਦੈਟ ਇਜ਼ ਫॉर ਇਲੈਕਟ੍ਰੋਨ। ਸੈਕਿੰਡ ਗ੍ਰਾਫ ਜਿਹੜਾ ਹੈ ਦੈਟ ਇਜ਼ ਫॉर ਪੋਜ਼ਿਟਰੋਨ। ਕਲੀਅਰ ਹੈ। ਹੁਣ ਐਕਸ ਐਕਸਿਸ ਤੇ ਹੈ ਆਪਣੇ ਕੋਲ એનર્ਜੀ, ਵਾਈ ਐਕਸਿਸ ਤੇ ਹੈਗੇ ਨੇ ਆਪਣੇ ਕੋਲ ਨੰਬਰ ਆਫ ਇਲੈਕਟ੍ਰੋਨਸ। ਤਾਂ ਅਗਰ ਆਪਾਂ ਪਾਰਟਿਕੂਲਰ ਇਲੈਕਟ੍ਰੋਨ ਦਾ ਕੇਸ ਦੇਖੀਏ ਤਾਂ ਇਹਦਾ ਜਿਹੜਾ ਗ੍ਰਾਫ ਹੈ ਉਹ ਇਸ ਤਰ੍ਹਾਂ ਦਾ ਬਣਦਾ ਹੈ। ਕਹਿਣ ਦਾ ਮਤਲਬ ਬੀਟਾ ਡਿਕੇ ਦਾ ਅਗਰ ਅਸੀਂ ਸਪੈਕਟਰਾ ਦੇਖੀਏ, ਸਪੈਕਟਰਾ ਕੀ ਹੈ, એનર્ਜੀ ਵਰਸਸ ਨੰਬਰ ਆਫ ਇਲੈਕਟ੍ਰੋਨਸ। ਤਾਂ ਉਹ ਕਿਸ ਤਰ੍ਹਾਂ ਦਾ ਹੈ, ਉਹ ਗ੍ਰਾਫ ਦੀ ਨੇਚਰ ਇਸ ਤਰ੍ਹਾਂ ਦੀ ਹੈ। ਦੇਖੋ ਕੰਟੀਨਿਊਸ ਗ੍ਰਾਫ ਬਣਦਾ ਹੈ। ਜੇ ਤੁਸੀਂ ਦੇਖੋ ਤਾਂ ਮੈਕਸਿਮਮ એનર્ਜੀ ਉਰੇ ਪਹੁੰਚ ਗਏ ਆਪਾਂ। ਇਸ ਕੇਸ 'ਚ ਨੰਬਰ ਆਫ ਇਲੈਕਟ੍ਰੋਨਸ ਘੱਟ ਨੇ, ਇੱਥੇ ਨੰਬਰ ਆਫ ਇਲੈਕਟ੍ਰੋਨਸ ਜ਼ਿਆਦਾ ਨੇ, ਇੱਥੇ ਹੋਰ ਜ਼ਿਆਦਾ ਨੇ, ਇੱਥੇ ਹੋਰ ਜ਼ਿਆਦਾ ਨੇ। ਕਹਿਣ ਦਾ ਮਤਲਬ ਇਹ ਹੈ ਕਿ ਮੈਕਸਿਮਮ એનર્ਜੀ ਜਿਹੜੀ ਹੈ, ਮੈਕਸਿਮਮ એનર્ਜੀ ਤੇ ਨੰਬਰ ਆਫ ਬੀਟਾ ਪਾਰਟੀਕਲਸ ਜਿਹੜੇ ਨਿਕਲਦੇ ਨੇ ਉਹ ਘੱਟ ਨਿਕਲ ਰਹੇ ਨੇ। ਕਿਸੇ ਪੁਆਇੰਟ ਤੇ ਕਿੰਨੇ ਨਿਕਲ ਰਹੇ ਨੇ, ਕਿਸੇ ਪੁਆਇੰਟ ਤੇ ਇਹ ਕਿੰਨੇ ਨਿਕਲ ਰਹੇ ਨੇ। ਕਹਿਣ ਦਾ ਮਤਲਬ ਕਿ ਅਲੱਗ-ਅਲੱਗ એનર્ਜੀ ਦੇ ਬੀਟਾ ਪਾਰਟੀਕਲਸ ਨਿਕਲ ਰਹੇ ਨੇ। ਪਰ ਥਿਊਰੀ ਇਹ ਕਹਿੰਦੀ ਹੈ ਕਿ ਜਿਹੜੀ ਐਂਡ ਪੁਆਇੰਟ એનર્ਜੀ ਹੈ ਉਹ ਫਿਕਸ ਹੈ। ਮਤਲਬ ਜਿਹੜੀ ਕਿਸੇ ਵੀ ਬੀਟਾ ਡਿਕੇ 'ਚ એનર્ਜੀ ਨਿਕਲਣੀ ਹੈ ਉਹ એનર્ਜੀ ਫਿਕਸ ਹੈ ਵੀ ਉਹ ਮੈਕਸਿਮਮ એનર્ਜੀ ਇੰਨੀ ਹੋ ਸਕਦੀ ਹੈ। ਪਰ ਉਸੇ ਡਿਕੇ ਦੇ ਵਿੱਚ ਜਿਹੜੇ ਬੀਟਾ ਪਾਰਟੀਕਲਸ ਨਿਕਲ ਰਹੇ ਨੇ ਕਿਸੇ ਦੀ એનર્ਜੀ ਘੱਟ ਹੈ, ਕਿਸੇ ਦੀ એનર્ਜੀ ਜ਼ਿਆਦਾ ਹੈ। ਐਂਡ ਪੁਆਇੰਟ એનર્ਜੀ ਫਿਕਸ ਹੈ, ਮੈਕਸਿਮਮ ਹੈ। ਮਤਲਬ ਸਪੋਜ਼ ਕਰੋ ਵੀ ਕੋਈ ਇੱਕ ਪਰਟੀਕੂਲਰ ਐਲੀਮੈਂਟ ਡਿਕੇ ਹੋ ਰਿਹਾ, ਉਹ ਡਿਕੇ ਹੋ ਕੇ ਜਿਹੜੇ ਉਹ 'ਚੋਂ ਬੀਟਾ ਪਾਰਟੀਕਲਸ ਨਿਕਲ ਰਹੇ ਨੇ ਉਹਨਾਂ ਦੀ ਇਹ ਕਹਿੰਦਾ ਵੀ ਮੈਕਸਿਮਮ એનર્ਜੀ ਮੰਨ ਲਓ ਸਪੋਜ਼ ਕਰੋ ਵੀ 6 MeV ਹੈ। ਪਰ ਗ੍ਰਾਫ ਆਪਾਂ ਨੂੰ ਕੀ ਸ਼ੋ ਕਰ ਰਿਹਾ, ਗ੍ਰਾਫ ਆਪਾਂ ਨੂੰ ਸ਼ੋ ਕਰ ਰਿਹਾ ਕਿ ਡਿਫਰੈਂਟ એનર્ਜੀ ਤੇ ਨੰਬਰ ਆਫ ਬੀਟਾ ਪਾਰਟੀਕਲਸ ਦੀ ਜਿਹੜੀ ਕਾਊਂਟਿੰਗ ਹੈ ਉਹ ਡਿਫਰੈਂਟ ਹੈ। ਫਿਰ ਜੇ ਸਪੋਜ਼ ਕਰੋ ਕਿ ਡਿਫਰੈਂਟ એનર્ਜੀ ਦੇ ਬੀਟਾ ਪਾਰਟੀਕਲਸ ਨਿਕਲ ਰਹੇ ਨੇ, ਫਿਰ ਬਾਕੀ ਦੀ એનર્ਜੀ ਕਿੱਥੇ ਗਈ? ਬਾਕੀ ਦੀ, ਕਿਉਂਕਿ ਇਹ ਕਹਿੰਦਾ ਵੀ ਕਿਸੇ ਬੀਟਾ ਡਿਕੇ 'ਚ ਜਿਹੜੀ એનર્ਜੀ ਨਿਕਲਣੀ ਹੈ ਉਹ ਫਿਕਸ ਹੈ। ਪਰ ਬੀਟਾ ਪਾਰਟੀਕਲ ਅਗਰ ਘੱਟ એનર્ਜੀ ਦਾ ਨਿਕਲ ਰਿਹਾ ਹੈ ਫਿਰ ਉਹ ਬਾਕੀ ਦੀ એનર્ਜੀ ਕਿੱਥੇ ਗਈ? ਤਾਂ ਇਸ ਪ੍ਰੋਬਲਮ ਨੂੰ ਰਿਜ਼ੋਲਵ ਕਰਨ ਦੇ ਲਈ ਇਹ ਪੋਲੀਜ਼ ਨੇ ਥਿਊਰੀ ਦਿੱਤੀ। ਇੱਕ ਨਵਾਂ ਪਾਰਟੀਕਲ ਡਿਟੈਕਟ ਹੋਇਆ ਜਿਹਨੂੰ ਆਪਾਂ ਬੋਲਦੇ ਹਾਂ ਨਿਊਟ੍ਰੀਨੋ। ਤਾਂ ਥਿਊਰੀ ਇਹ ਕਹਿੰਦੀ ਹੈ ਕਿ ਜਦੋਂ ਬੀਟਾ ਪਾਰਟੀਕਲਸ ਨਿਕਲਦੇ ਨੇ ਤਾਂ ਉਹਨਾਂ ਦੇ ਨਾਲ ਇੱਕ ਨਵੇਂ ਪਾਰਟੀਕਲਸ ਹੋਰ ਨਿਕਲਦੇ ਨੇ ਜਿਨ੍ਹਾਂ ਨੂੰ ਨਿਊਟ੍ਰੀਨੋ ਜਾਂ ਆਪਾਂ ਐਂਟੀ ਨਿਊਟ੍ਰੀਨੋ ਬੋਲਦੇ ਹਾਂ। ਹੁਣ ਜੇ ਕਿਸੇ ਵੀ ਡਿਕੇ ਦੀ ਐਂਡ ਪੁਆਇੰਟ એનર્ਜੀ ਫਿਕਸ ਹੈ ਵੀ ਮੈਕਸਿਮਮ એનર્ਜੀ ਉਹ 'ਚੋਂ ਇੰਨੀ ਨਿਕਲ ਰਹੀ ਹੈ, ਪਰ ਬੀਟਾ ਪਾਰਟੀਕਲ ਦੀ એનર્ਜੀ ਘੱਟ ਹੈ ਤਾਂ ਬਾਕੀ ਦੀ એનર્ਜੀ ਸਾਰੀ ਕੌਣ ਕੈਰੀ ਕਰ ਲੂਗਾ? ਉਹ 'ਚੋਂ ਨਿਕਲਣ ਵਾਲਾ ਪਾਰਟੀਕਲ ਨਿਊਟ੍ਰੀਨੋ ਜਾਂ ਐਂਟੀ ਨਿਊਟ੍ਰੀਨੋ ਉਸ એનર્ਜੀ ਨੂੰ ਕੈਰੀ ਕਰ ਲੂਗਾ। ਕਲੀਅਰ ਹੈ। ਤਾਂ ਇੱਥੋਂ ਇਸ ਪ੍ਰੋਬਲਮ ਤੋਂ ਇੱਕ ਨਵਾਂ ਪਾਰਟੀਕਲ ਡਿਸਕਵਰ ਹੋਇਆ ਜਿਹਨੂੰ ਕੀ ਬੋਲਦੇ ਨੇ, ਨਿਊਟ੍ਰੀਨੋ ਜਾਂ ਐਂਟੀ ਨਿਊਟ੍ਰੀਨੋ ਬੋਲਦੇ ਨੇ। ਕਲੀਅਰ ਹੈ। ਹੁਣ ਦੇਖੋ ਕਹਿੰਦਾ ਕਿ ਮੈਕਸਿਮਮ એનર્ਜੀ ਜਿਹੜੀ ਹੈ ਟੀ ਮੈਕਸਿਮਮ ਆਫ ਕਾਲਡ ਐਂਡ ਪੁਆਇੰਟ એનર્ਜੀ ਇਨ ਈਚ ਕੇਸ ਮੈਕਸਿਮਮ એનર્ਜੀ ਇਜ਼ ਗਿਵਨ ਬਾਈ। ਮੈਕਸਿਮਮ એનર્ਜੀ ਦਾ ਫਾਰਮੂਲਾ ਕੀ ਹੈ? m0c² प्लस टी मैक्सिमम। m0c² ਕੀ ਹੈ? ਰੈਸਟ ਮਾਸ એનર્ਜੀ ਆਫ ਇਲੈਕਟ੍ਰੋਨ ਔਰ ਪੋਜ਼ਿਟਰੋਨ। ਆਪਾਂ ਪੜ੍ਹ ਹੀ ਚੁੱਕੇ ਹਾਂ ਵੀ ਜਾਂ ਤਾਂ ਇਲੈਕਟ੍ਰੋਨ ਨਿਕਲਣਗੇ ਜਾਂ ਪੋਜ਼ਿਟਰੋਨ ਨਿਕਲਣਗੇ। ਉਹਨਾਂ ਦੀ ਰੈਸਟ ਮਾਸ એનર્ਜੀ ਹੈ, ਇਹ ਉਹਨਾਂ ਦੀ ਕਾਇਨੈਟਿਕ એનર્ਜੀ ਜਿਹੜੀ ਉਹਨਾਂ ਨੇ ਗੇਨ ਕਰਨੀ ਹੈ। ਠੀਕ ਹੈ। ਤਾਂ ਇਹ ਕਹਿੰਦਾ ਕਿ ਡਾਇਗਰਾਮਸ ਨੇ ਜਿਹੜੀਆਂ A ਤੇ B ਕੀ ਸ਼ੋ ਕਰਦੀਆਂ ਨੇ, ਮੋਸਟ ਆਫ ਡਿਕੇ ਇਲੈਕਟ੍ਰੋਨਸ ਹੈਵ ਕਾਇਨੈਟਿਕ એનર્ਜੀ ਲੈਸ ਦੈਨ ਦਾ ਮੈਕਸਿਮਮ એનર્ਜੀ। ਆ ਆਪਣੀ ਮੈਕਸਿਮਮ એનર્ਜੀ ਹੈ, ਪਰ ਇਹ ਕਹਿੰਦਾ ਬਹੁਤ ਸਾਰੇ ਪਾਰਟੀਕਲਸ ਦੀ એનર્ਜੀ ਕੀ ਹੈ, ਮੈਕਸਿਮਮ એનર્ਜੀ ਤੋਂ ਘੱਟ ਹੈ। ਤੁਸੀਂ ਖੁਦ ਹੀ ਦੇਖ ਸਕਦੇ ਹੋ ਬੇਟਾ, ਜਿਵੇਂ ਹੁਣ ਆਹ ਪਾਰਟੀਕਲਸ ਨੇ ਇਹਨਾਂ ਦੀ એનર્ਜੀ ਕਿੰਨੀ ਘੱਟ ਹੈ, ਇਹਨਾਂ ਦੀ એનર્ਜੀ ਕਿੰਨੀ ਘੱਟ ਹੈ, ਆ ਮੈਕਸਿਮਮ ਤੇ એનર્ਜੀ ਕਿੰਨੀ ਘੱਟ ਹੈ। ਕਲੀਅਰ ਹੈ।
ਦੈਨ ਇਹ ਕਹਿੰਦੇ ਕਿ ਇਹ એનર્ਜੀ ਨੂੰ ਕੀ ਹੁੰਦਾ ਫਿਰ ਦੈਨ ਵਟ ਹੈਪਨ ਟੂ ਦਿਸ ਐਕਸੈਸ એનર્ਜੀ ਉਹ ਐਕਸੈਸ એનર્ਜੀ ਕਿਵੇਂ ਨਿਕਲੂਗੀ ਵੀ ਟੋਟਲ એનર્ਜੀ ਕਿੰਨੀ ਹੈ ਮਾਈਨਸ देखो टोटल एनर्जी कितनी है माइनस ऑफ दिस माइनस एम नॉट सी स्क्वायर प्लस टी मैक्सीमम क्योंकि ये इलैक्ट्रॉन की वो एनर्जी है जी उन्हें गेन करनी है तो ये मैक्सीमम एनर्जी कित्थों गई उत्थों अपने को न्यूट्रिनो की जी हाइपोथेसिस है वो प्रोड्यूस हुई ਹੁਣ अगर ਆਪਾਂ ਨਿਊਟ੍ਰੀਨੋ ਨੂੰ ਨਾ ਐਜ਼ਿਊਮ ਕਰੀਏ ਮਤਲਬ ਸਪੋਜ਼ ਕਰੀਏ ਕਿ ਅਸੀਂ ਉਰੇ ਕੋਈ ਨਿਊਟ੍ਰੀਨੋ ਨਹੀਂ ਹੈ ਤਾਂ ਫਿਰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਤਾਂ ਉਹ ਪ੍ਰੋਬਲਮਸ ਕੀ ਆਈਆਂ ਜਦੋਂ ਨਿਊਟ੍ਰੀਨੋ ਦੀ ਡਿਸਕਵਰੀ ਨਹੀਂ ਸੀ ਹੋਈ ਤਾਂ ਐਕਚੁਅਲੀ ਪ੍ਰੋਬਲਮਸ ਕੀ ਸੀਗੀਆਂ ਫਰਸਟ ਪੁਆਇੰਟ ਸੀ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਕਿ ਅਗਰ ਅਸੀਂ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਦੇਖਦੇ ਹਾਂ ਤਾਂ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਦੇ ਅਕੋਰਡਿੰਗ ਜਿਵੇਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਬੇਟਾ ਕਿ ਮੈਕਸਿਮਮ એનર્ਜੀ ਕੁਝ ਹੋਰ ਨਿਕਲਦੀ ਹੈ ਬਟ ਬੀਟਾ ਪਾਰਟੀਕਲ ਕੁਝ ਹੋਰ એનર્ਜੀ ਦੇ ਨਿਕਲਦੇ ਨੇ ਤਾਂ ਉੱਥੇ એનર્ਜੀ ਕੰਜ਼ਰਵੇਸ਼ਨ ਦਾ ਜਿਹੜਾ ਲਾ ਸੀਗਾ ਉਹ ਫੋਲੋ ਨਹੀਂ ਸੀ ਹੁੰਦਾ ਵੀ ਫਿਰ ਉਹ ਐਕਸੈਸ એનર્ਜੀ ਜਿਹੜੀ ਹੈ ਦੋਨੋਂ ਸਾਈਡ ਤੇ એનર્ਜੀ ਦੀ ਜਿਹੜੀ ਵੈਲਿਊ ਸੀ ਉਹ ਮੈਚ ਨਹੀਂ ਸੀ ਕਰਦੀ ਕਲੀਅਰ ਹੈ ਉਸ ਤੋਂ ਬਾਅਦ ਸੈਕਿੰਡ ਪੁਆਇੰਟ ਸੀ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਕੰਜ਼ਰਵ ਨਹੀਂ ਸੀ ਰਹਿੰਦਾ ठीक है मतलब जदों तक न्यूट्रिनो की डिस्कवरी नहीं सी हुई उस तो पहला मोमेंटम कंजरवेशन भी नहीं सी हो रहा क्यों नहीं सी हो रहा देखो ये कहते कि अगर पेरेंट न्यूक्लियस अपनी रेस्ट पोजीशन ते पे है एट द टाइम ऑफ डिके दैन अकॉर्डिंग टू लॉ ऑफ मोमेंटम द सम ऑफ द मोमेंटम ऑफ टू पार्टिकल्स ऑफ डॉटर न्यूक्लियस एंड इलैक्ट्रॉन मस्ट बी जीरो मतलब साडा दोनों पासे मोमेंटम है जिहड़ा मोमेंटम भी कंजर्व रहना चाहिए है उहदा मीनिंग की है कि देखो जो अपने को पेरेंट एटम पे है ਉਹਦਾ ਡਾਟਰ बन गया प्लस अपने को की होया सी इलैक्ट्रॉन्स निकले ने ਹੁਣ पेरेंट ਦਾ ਲੀਨੀਅਰ मोमेंटम अगर जीरो है ਇਹਦਾ मतलब ਇਹਨਾਂ ਦੋਨਾਂ ਦਾ ਵੀ ਫਿਰ ਕੀ ਹੋਣਾ ਚਾਹੀਦਾ ਜ਼ੀਰੋ ਹੋਣਾ ਚਾਹੀਦਾ ਉਹ ਜ਼ੀਰੋ ਤਾਂ ਹੋਊਗਾ ਅਗਰ ਉਹ ਆਫਟਰ ਦਾ ਡਿਕੇ ਜਿਹੜਾ ਡਾਟਰ ਹੈ ਤੇ ਜਿਹੜਾ ਇਲੈਕਟ੍ਰੋਨ ਹੈ ਦੇ ਮਸਟ ਵੀ ਮੂਵ ਇਨ ਆਪੋਜ਼ਿਟ ਡਾਇਰੈਕਸ਼ਨ ਇਹ ਤਾਂ ਇਹਨਾਂ ਦਾ ਮੋਮੈਂਟਮ ਲੀਨੀਅਰ ਮੋਮੈਂਟਮ ਜ਼ੀਰੋ ਹੋਊਗਾ ਅਗਰ ਉਹ ਡਿਕੇ ਤੋਂ ਬਾਅਦ ਇੱਕ ਦੂਜੇ ਦੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਗੇ ਕਲੀਅਰ ਹੈ ਤਾਂ ਲੀਨੀਅਰ ਮੋਮੈਂਟਮ ਇਸ ਕੇਸ 'ਚ ਜ਼ੀਰੋ ਹੋਊਗਾ ਬੇਟਾ ਅਗਰ ਉਹ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੂਵ ਕਰਦੇ ਨੇ ਜ਼ੀਰੋ ਕਰਨ ਦੇ ਲਈ ਪਰ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਬਟ ਐਕਸਪੈਰੀਮੈਂਟਲ ਆਬਜ਼ਰਵੇਸ਼ਨ ਕੀ ਸ਼ੋ ਕਰਦੀਆਂ ਨੇ ਦਿਸ ਇਜ਼ ਨੋਟ ਟਰੂ ਇਸ ਤਰ੍ਹਾਂ ਨਹੀਂ ਹੁੰਦਾ ਇਸ ਕਰਕੇ ਲੀਨੀਅਰ ਮੋਮੈਂਟਮ ਵੀ ਸੀ ਜਿਹੜਾ ਇਸ ਕੇਸ 'ਚ ਕੰਜ਼ਰਵ ਨਹੀਂ ਸੀ ਰਹਿ ਰਿਹਾ ਉਸ ਤੋਂ ਬਾਅਦ ਹੈ ਲਾ ਆਫ ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ ਵੀ ਕੰਜ਼ਰਵ ਨਹੀਂ ਹੋ ਰਿਹਾ ਸੀ ਇਹਦੇ ਵਿੱਚ ਦੇਖੋ ਜਿਸ ਤਰ੍ਹਾਂ ਨਿਊਟਰੋਨ ਕਨਵਰਟ ਹੋਏ ਪ੍ਰੋਟੋਨ 'ਚ ਪਲੱਸ ਇਲੈਕਟ੍ਰੋਨ 'ਚ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਡਿਕੇ ਮੋਡਸ ਦੇ ਵਿੱਚ ਕਿ ਇਲੈਕਟ੍ਰੋਨ ਐਮਿਸ਼ਨ ਉਦੋਂ ਹੁੰਦਾ ਜਦੋਂ ਨਿਊਟਰੋਨ ਪ੍ਰੋਟੋਨ 'ਚ ਕਨਵਰਟ ਹੁੰਦੇ ਨੇ ਹੁਣ ਐਂਗੂਲਰ ਮੋਮੈਂਟਮ ਅਗਰ ਅਸੀਂ ਦੇਖਣਾ ਤਾਂ ਸਾਨੂੰ ਇਹਨਾਂ ਦੀ ਸਪਿਨ ਵੀ ਦੇਖਣੀ ਪਊਗੀ ਸਪਿਨ ਨੰਬਰ ਦੇਖਦੇ ਆਪਾਂ ਬੇਟਾ ਹੁਣ ਦੇਖੋ ਜਿਵੇਂ ਇੱਧਰ ਨਿਊਟਰੋਨ ਪਿਆ ਇਕੱਲਾ ਨਿਊਟਰੋਨ ਦਾ ਕਿੰਨਾ ਹੈ 1/2 ਕਲੀਅਰ ਹੈ ਇੱਧਰ ਆਪਣੇ ਕੋਲ ਪ੍ਰੋਟੋਨ ਤੇ ਇਲੈਕਟ੍ਰੋਨ ਪਿਆ ਇਹਦਾ 1/2 ਪਲੱਸ ਇਹਦਾ 1/2 ਫਿਰ ਨਹੀਂ ਕੰਡੀਸ਼ਨ ਮੈਚ ਕਰਦੀ ਕਲੀਅਰ ਹੈ ਤਾਂ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਐਂਗੂਲਰ ਮੋਮੈਂਟਮ ਸੀ ਉਹ ਵੀ ਕੰਜ਼ਰਵ ਨਹੀਂ ਸੀ ਰਹਿ ਰਿਹਾ ਤਾਂ એનર્ਜੀ ਕੰਜ਼ਰਵੇਸ਼ਨ ਨਹੀਂ ਹੋ ਰਹੀ ਸੀ ਲੀਨੀਅਰ ਮੋਮੈਂਟਮ ਕੰਜ਼ਰਵ ਨਹੀਂ ਸੀ ਐਂਗੂਲਰ ਮੋਮੈਂਟਮ ਕੰਜ਼ਰਵ ਨਹੀਂ ਸੀ ਤਾਂ ਇਹਨੂੰ ਕੰਜ਼ਰਵ ਕਰਨ ਦੇ ਲਈ ਇੱਕ ਨਵਾਂ ਪਾਰਟੀਕਲ ਡਿਟੈਕਟ ਹੋਇਆ that is called neutrino और एंटी न्यूट्रिनो इस न्यूट्रिनो या एंटी न्यूट्रिनो ਦੀਆਂ ਕੀ ਪ੍ਰੋਪਰਟੀਜ਼ ਸੀਗੀਆਂ ਇੱਕ ਤਾਂ ਇਹਨਾਂ ਦਾ ਮਾਸ ਸਮਾਲ ਸੀ ਮਾਸ ਕੰਸੀਡਰ ਨਹੀਂ ਕੀਤਾ ਜਾਂਦਾ ਸੀ ਸਪਿਨ ਕੁਆਂਟਮ ਨੰਬਰ ਇਹਨਾਂ ਦਾ 1/2 ਸੀ ਜ਼ੀਰੋ ਰੈਸਟ ਮਾਸ ਸੀ ਤੇ ਇਹਨਾਂ ਤੇ ਕੋਈ ਵੀ ਚਾਰਜ ਕੰਸੀਡਰ ਨਹੀਂ ਕੀਤਾ ਜਾਂਦਾ ਸੀ ਤਾਂ ਹੁਣ ਆਪਾਂ ਫਿਰ ਇਹ ਦੇਖਾਂਗੇ ਵੀ ਜਦੋਂ ਨਿਊਟ੍ਰਿਨੋ ਜਾਂ ਐਂਟੀ ਨਿਊਟ੍ਰਿਨੋ ਦੀ ਡਿਸਕਵਰੀ ਹੋਈ ਤਾਂ ਸਾਡੀਆਂ ਜਿਹੜੀਆਂ ਇਹ ਤਿੰਨ ਪ੍ਰੋਪਰਟੀਜ਼ ਨੇ ਵੀ એનર્ਜੀ ਕੰਜ਼ਰਵੇਸ਼ਨ ਹੈ ਜਾਂ ਲੀਨੀਅਰ ਮੋਮੈਂਟਮ ਕੰਜ਼ਰਵੇਸ਼ਨ ਹੈ ਜਾਂ ਐਂਗੂਲਰ ਮੋਮੈਂਟਮ ਕੰਜ਼ਰਵੇਸ਼ਨ ਹੈ ਇਹ ਕਿਸ ਤਰ੍ਹਾਂ ਸਹੀ ਹੋ ਗਏ ਦੇਖੋ ਉਸ ਤੋਂ ਇਲਾਵਾ ਇਹ ਦੱਸਣ ਤੋਂ ਪਹਿਲਾਂ ਇੱਕ ਪੁਆਇੰਟ ਹੋਰ ਹੈ ਬੇਟਾ ਕਿ ਜਿਹੜੇ ਨਿਊਟ੍ਰਿਨੋ ਤੇ ਐਂਟੀ ਨਿਊਟ੍ਰਿਨੋ ਨੇ ਇਹਨਾਂ 'ਚ ਕੀ ਫਰਕ ਹੈ ਕਹਿੰਦਾ ਦੋਨੋਂ ਸੇਮ ਨੇ ਸਿਰਫ ਫਰਕ ਕੀ ਹੈ ਇਹਨਾਂ ਦੀ ਸਪਿਨ ਦਾ ਹੈ ਸਪਿਨ ਆਫ ਨਿਊਟ੍ਰਿਨੋ ਇਜ਼ ਪੈਰਲਲ ਟੂ ਐਂਗੂਲਰ ਮੋਮੈਂਟਮ whereas spin of anti neutrino is anti parallel to angular momentum vector मतलब उस न्यूक्लियस ਦਾ जो angular momentum vector है न्यूट्रिनो ਦਾ ਤਾਂ ਉਹਦੇ ਪੈਰਲਲ ਹੋਊਗਾ ਐਂਟੀ ਨਿਊਟ੍ਰਿਨੋ ਦਾ ਐਂਟੀ ਪੈਰਲਲ ਹੋਊਗਾ ਉਸ ਤੋਂ ਬਾਅਦ ਨੈਕਸਟ ਪੁਆਇੰਟ ਆਪਾਂ ਉਹੀ ਪ੍ਰੂਵ ਕਰਨੇ ਆ ਕਿ ਕੰਜ਼ਰਵੇਸ਼ਨ ਆਫ એનર્ਜੀ ਕਿਸ ਤਰ੍ਹਾਂ ਪ੍ਰੂਵ ਹੋਇਆ ਕੰਜ਼ਰਵੇਸ਼ਨ ਆਫ એનર્ਜੀ 'ਚ ਕੀ ਇਹ ਕਿਹਾ ਗਿਆ
कि बीटा पार्टिकल्स जिहड़ी एनर्जी दे निकल गए बाकी सारी एनर्जी कौन कैरी कर लूगा, बाकी सारी एनर्जी न्यूट्रिनो या एंटी न्यूट्रिनो कैरी कर लूगा। दैट मीनस कि टोटल एनर्जी तो फिक्स रहूगी, बची हुई एनर्जी ਜਿਹੜੇ ਨਵੇਂ ਪਾਰਟੀਕਲ ਡਿਸਕਵਰ ਹੋਏ ਨੇ ਕੈਰੀ ਕਰ ਲੈਣਗੇ। ਉਸ ਤੋਂ ਬਾਅਦ ਐਕਸਪਲੇਨੇਸ਼ਨ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਲੀਨੀਅਰ ਮੋਮੈਂਟਮ ਦੇਖੋ ਕਿਸ ਤਰ੍ਹਾਂ ਕੰਜ਼ਰਵ ਰਹੂਗਾ। ਦੇਖੋ ਇੱਥੇ ਹੁਣ ਤੁਹਾਡੇ ਕੋਲ ਬੇਟਾ 3 ਪਾਰਟੀਕਲਸ ਪਏ ਨੇ, ਪ੍ਰੋਟੋਨ ਪਿਆ, ਇਲੈਕਟ੍ਰੋਨ ਪਿਆ ਤੇ ਐਂਟੀ ਨਿਊਟ੍ਰਿਨੋ ਪਏ ਨੇ। ਅਗਰ ਆਪਾਂ ਇਹਨਾਂ ਦੀਆਂ ਵੈਲਿਊਜ਼ ਨੂੰ, ਇਹਨਾਂ ਦੇ ਮੋਮੈਂਟਮ ਨੂੰ ਇੱਕੋ ਸੀਕੁਐਂਸ 'ਚ ਇੱਕ ਆਰਡਰ 'ਚ ਲੈ ਲੈਂਦੇ ਹਾਂ, ਜਿਸ ਤਰ੍ਹਾਂ ਮੋਮੈਂਟਮ ਆਫ ਇਲੈਕਟ੍ਰੋਨ, ਮੋਮੈਂਟਮ ਆਫ ਐਂਟੀ ਨਿਊਟ੍ਰਿਨੋ, ਮੋਮੈਂਟਮ ਆਫ ਡਾਟਰ ਨਿਊਕਲੀਆਈ। ਤਾਂ अगर असी वैक्टर लॉ अप्लाई करते हैं तो इन्हां तिन्नां दा जिहड़ा वैक्टर सम है दैट शुड बी 0, वो 0 होना चाहिए वैक्टर्स लॉ के अकॉर्डिंग। ਇਹਦਾ मतलब अगर असी इन्हां नूं ट्रायंगल ਦੀਆਂ 3 साइड्स ਦੇ ਨਾਲ रिप्रजेंट कर सकते हैं तो इन्हां दा एंगुलर मोमेंटम की होगा, 0 होगा। और ये पॉसिबिलिटी इत्थे बनदी है बेटा, इस करके ਕਹਿੰਦਾ ਦਸ देयर आर नाउ ए नंबर ऑफ वेज इन विच दीज 3 मोमेंटम वैक्टर कैन बी अरेंज्ड। मतलब ये ज़रूरी नहीं है कि जदों डिके होया ਤਾਂ ਡਿਕੇ ਹੋਣ ਤੋਂ ਬਾਅਦ ਇਹ ਪਾਰਟੀਕਲਸ ਨੇ, ਜਿਸ ਤਰ੍ਹਾਂ ਕਿ ਇੱਥੇ ਕੰਡੀਸ਼ਨ ਸੀ ਕਿ ਇੱਕ ਦੂਜੇ ਦੇ ਆਪੋਜ਼ਿਟ ਜਾਣ, ਇੱਥੇ ਹੁਣ ਇਸ ਤਰ੍ਹਾਂ ਕੁਝ ਨਹੀਂ ਹੈ ਆਪੋਜ਼ਿਟ ਜਾਣ। ਇਹ 3 ਜਿਹੜੇ ਵੈਕਟਰਸ ਨੇ, ਇਹ 3 ਵੈਕਟਰਸ ਆਪਣੇ ਡਿਫਰੈਂਟ ਕੰਬੀਨੇਸ਼ਨਸ ਬਣਾ ਸਕਦੇ ਨੇ, ਮਤਲਬ ਡਿਫਰੈਂਟ ਡਾਇਰੈਕਸ਼ਨਸ ਦੇ ਵਿੱਚ मूव कर सकते हैं टू कंजर्व द लीनियर मोमेंटम। क्लीयर है। उस तो बाद है कंजरवेशन ऑफ एंगुलर मोमेंटम। कंजरवेशन ऑफ एंगुलर मोमेंटम का मतलब है कि आप स्पिन देख लीए उहदी, क्योंकि एंगुलर मोमेंटम मतलब स्पिन प्लस ऑर्बिट। तो स्पिन करके प्रॉब्लम आ रही सी, तो हुण आपां स्पिन देखते हैं बेटा कि स्पिन किस तरह एडजस्ट होगी, क्योंकि इत्थे न्यूट्रिनो या एंटी न्यूट्रिनो की भी अपनी एक स्पिन है। तो देखो अगर सपोज करो कि ए ईवन है, सपोज करो कि इत्थे मास नंबर है जिहड़ा वो ईवन है, ईवन नंबर पे ने, इधर भी ए पे है, ईवन नंबर हो गया। हुण ये दोनों पार्टिकल्स ने जिहड़े, इहदी भी स्पिन 1/2 है, इहदी भी स्पिन 1/2 है। ਇਹਦਾ मतलब ये है कि ये एंगुलर मोमेंटम ਨੂੰ कंजर्व कर दूगा, क्योंकि ਇਹਨਾਂ ਦੀ ਦੋਨਾਂ ਦੀ स्पिन ऐड करके ਉਹਨੇ ईवन ही बन जाना है। क्लीयर है। ईवन प्लस दोनों की मिला के ईवन होगी, इधर ईवन सीगी। इस तरह तुसी ऑड दे लिए देखोगे तो ऑड के केस च भी बेटा इन्हें सैट हो जाना है, क्योंकि यदी ऑड होगी, यदी ऑड होगी, जे दी ईवन भी है तो ईवन प्लस ऑड आप करते हैं तो उन्हें ऑड ही बनना है। तो इस दे नाल की होया कि जिहड़ा एंगुलर मोमेंटम सी वो भी कंजर्व रह गया। क्लीयर है। इस तरह न्यूट्रिनो की डिस्कवरी के नाल जिहड़ियां उहदियां प्रॉब्लम्स सीगियां मोमेंटम, एंगुलर मोमेंटम एंड एनर्जी दियाँ, वो सारियां सॉल्व हो गई। हाँ जी, नैक्सट आर्टिकल है बेटा इनवर्स बीटा डिके एंड इट्स इंपॉर्टेंस और एक्सपैरीमेंट टू शो एग्जिस्टेंस ऑफ न्यूट्रिनो। देखो न्यूट्रिनो की जिहड़ी आपां डिस्कवरी पढ़ी है वो सारा थ्रैटिकल पोर्शन सी, उस तरह एक्सपैरीमेंटली भी न्यूट्रिनो की जिहड़ी डिस्कवरी उहनूं प्रूव किया गया। तो उस एक्सपैरीमेंट नूं करन दे लई देखो की किया गया, उहदी वेरीफिकेशन दे विच की सी, कहना इनवर्स बीटा डिके कॉरस्पॉन्ड टू द एब्जॉर्प्शन ऑफ न्यूट्रिनो बाय न्यूक्लियस विद द कन्वर्शन ऑफ न्यूक्लियर न्यूट्रॉन टू प्रोटॉन एंड एमिशन ऑफ एन इलैक्ट्रॉन एस मीनस। ये कहते कि जिहड़े न्यूट्रिनो या एंटी न्यूट्रिनो रिलीज़ होए उन्हां दी एब्जॉर्प्शन की गई न्यूक्लियस द्वारा, किसी न्यूक्लियस द्वारा उन्होंने एब्जॉर्प्शन की गई, तो उन्होंने तो फरदर जो स्टडी होया उस स्टडी तो ये प्रूव होया कि एक्चुअली च न्यूट्रिनो या एंटी न्यूट्रिनो एग्जिस्ट करते हैं। तो हुण सपोज करो कि न्यूक्लियस है, न्यूक्लियस च न्यूट्रॉन ने न्यूट्रिनो नूं एब्जॉर्ब कर लिया, तो उन्हें प्रोटॉन बनाया तो इलैक्ट्रॉन रिलीज़ किए। क्लीयर है। उस तरह या फिर प्रोटॉन्स पे ने, उन्होंने एंटी न्यूट्रिनो नूं एब्जॉर्ब करना है, उन्होंने न्यूट्रॉन बनाया तो पॉजिट्रॉन बनाया। क्लीयर है। हुण आपां ये वाला केस कंसीडर करते हैं कि सपोज करो कोई न्यूक्लियस है, उहदे च प्रोटॉन्स नूं उन्हां नूं एंटी न्यूट्रिनो प्रोवाइड किया गया, उन्होंने एंटी न्यूट्रिनो एब्जॉर्ब किया तो न्यूट्रॉन तो पॉजिट्रॉन रिलीज़ किए। एक्चुअली इस एक्सपैरीमेंट की किया गया कि न्यूट्रिनो लिते गए बीटा डिके तो, पहला बीटा डिके होया, उस बीटा डिके तो जिहड़े न्यूट्रिनो मिले उन्होंने प्रूव किया गया भी हाँ ये एक्चुअली च बीटा डिके च निकले ने। तो वो जिहड़े न्यूट्रिनो बीटा डिके तो मिले उन्होंने एक टैंक दे विच फिल किया गया, जिहदे विच प्रोटॉन्स पए सी ते कैडमियम दा सल्यूशन पिया सी वाटर दे विच। क्लीयर है।
मतलब न्यूट्रीनोज सीगे ਜਿਹੜੇ ਉਹ ਨਿਊਟ੍ਰੀਨੋਜ਼ ਨੂੰ ਇੱਕ ਟੈਂਕ ਦੇ ਵਿੱਚ ਪਾਇਆ ਗਿਆ ਜਿਹਦੇ 'ਚ ਆਲਰੇਡੀ ਕੀ ਪਿਆ ਹੈ, ਜਿਹਦੇ 'ਚ ਆਲਰੇਡੀ ਪ੍ਰੋਟੋਨਸ ਪਏ ਨੇ ਪਲੱਸ ਕੈਡਮੀਅਮ ਸੋਲਿਊਸ਼ਨ ਪਿਆ ਵਾਟਰ ਦੇ ਵਿੱਚ। ਕਲੀਅਰ ਹੈ। ਹੁਣ ਕੀ ਹੋਊਗਾ ਕਿ ਜਿਹੜੇ ਨਿਊਟ੍ਰੀਨੋ ਜਾਂ ਐਂਟੀ ਨਿਊਟ੍ਰੀਨੋ ਆਪਾਂ ਇਹਦੇ 'ਚ ਪਾ ਰਹੇ ਹਾਂ, ਐਂਟੀ ਨਿਊਟ੍ਰੀਨੋ ਕਿਉਂਕਿ ਆਪਾਂ ਆਹ ਵਾਲਾ ਕੇਸ ਦੇਖ ਰਹੇ ਹਾਂ, ਦਿਸ ਕੇਸ ਐਂਟੀ ਨਿਊਟ੍ਰੀਨੋ ਜਿਹੜੇ ਪਾਏ ਉਹਨਾਂ ਨੇ ਕੀ ਕੀਤਾ, ਪ੍ਰੋਟੋਨਸ ਜਿਹੜੇ ਸੀ ਸੋਲਿਊਸ਼ਨ ਦੇ ਪ੍ਰੋਟੋਨਸ, ਆ ਦੇਖੋ ਬੇਟਾ ਪ੍ਰੋਟੋਨਸ ਪਏ ਨੇ, ਇਹਨਾਂ ਨੇ ਐਂਟੀ ਨਿਊਟ੍ਰੀਨੋ ਨੂੰ ਐਬਜ਼ੌਰਬ ਕਰ ਲਿਆ। ਜਦੋਂ ਇਹਨਾਂ ਨੇ ਐਂਟੀ ਨਿਊਟ੍ਰੀਨੋ ਨੂੰ ਐਬਜ਼ੌਰਬ ਕੀਤਾ ਤਾਂ ਅਕੋਰਡਿੰਗ ਟੂ ਇਕੁਏਸ਼ਨ ਆਪਣੇ ਕੋਲ ਕੀ ਬਚ ਰਿਹਾ ਹੈ, ਅਕੋਰਡਿੰਗ ਟੂ ਇਕੁਏਸ਼ਨ ਆਪਣੇ ਕੋਲ ਬਚ ਰਿਹਾ ਕਿ ਨਿਊਟਰੋਨ ਬਣ ਗਏ ਤੇ ਪੋਜ਼ਿਟਰੋਨ ਬਣ ਗਏ, ਨਿਊਟਰੋਨ ਬਣ ਗਏ ਤੇ ਪੋਜ਼ਿਟਰੋਨ ਬਣ ਗਏ। ਕਲੀਅਰ ਹੈ। ਹੁਣ ਜਿਹੜਾ ਟੈਂਕ ਸੀ, ਟੈਂਕ 'ਚ ਦੋ ਚੀਜ਼ਾਂ ਪਈਆਂ, ਇੱਕ ਪ੍ਰੋਟੋਨ ਪਿਆ, ਇੱਕ ਕੈਡਮੀਅਮ ਸੋਲਿਊਸ਼ਨ ਪਿਆ। ਪ੍ਰੋਟੋਨ ਨੇ ਇਹਨਾਂ ਨੂੰ ਤਾਂ ਐਬਜ਼ੌਰਬ ਕਰ ਲਿਆ, ਐਬਜ਼ੌਰਬ ਕਰਨ ਤੋਂ ਬਾਅਦ ਸਾਡੇ ਕੋਲ ਕੀ ਬਣਿਆ, ਨਿਊਟਰੋਨ ਤੇ ਪੋਜ਼ਿਟਰੋਨ ਬਣ ਗਏ। ਹੁਣ ਪਿੱਛੇ ਕੀ ਬਚਿਆ ਰਹਿ ਗਿਆ, ਕੈਡਮੀਅਮ ਸੋਲਿਊਸ਼ਨ ਬਚਿਆ ਰਹਿ ਗਿਆ। ਹੁਣ ਇਹ ਕੈਡਮੀਅਮ ਸੋਲਿਊਸ਼ਨ ਦਾ ਇੱਕ ਪੋਜ਼ਿਟਿਵ ਪਾਰਟ ਹੈ, ਇੱਕ ਨੈਗੇਟਿਵ ਪਾਰਟ ਹੈ। ਕਹਿਣ ਦਾ ਮਤਲਬ ਕਿ ਇੱਕ ਤਾਂ ਉਹਦਾ ਨਿਊਕਲੀਅਸ ਹੈ, ਇੱਕ ਉਹਦਾ ਕੀ ਹੈ, ਨਿਊਕਲੀਅਸ ਹੈ। ਸੈਕਿੰਡਲੀ ਉਹਦੇ ਕੀ ਨੇ, ਆਊਟਰ ਇਲੈਕਟ੍ਰੋਨਸ ਨੇ। ਤਾਂ ਹੁਣ ਜਿਹੜੇ ਪੋਜ਼ਿਟਰੋਨ ਨੇ, ਇਸ ਇਕੁਏਸ਼ਨ ਦੇ ਪੋਜ਼ਿਟਰੋਨ ਕੈਡਮੀਅਮ ਸੋਲਿਊਸ਼ਨ ਦੇ ਇਲੈਕਟ੍ਰੋਨਸ ਦੇ ਨਾਲ ਕੰਬਾਈਨ ਹੋ ਕੇ ਫੋਟੋਨ ਰਿਲੀਜ਼ ਕਰਨਗੇ, 2 ਫੋਟੋਨ ਰਿਲੀਜ਼ ਕਰਨਗੇ ਜਿਨ੍ਹਾਂ ਦੀ ਰੈਸਟ ਮਾਸ એનર્ਜੀ ਕਿੰਨੀ ਹੋਊਗੀ, 0.511 MeV। ਤੇ ਜਿਹੜੇ ਨਿਊਟਰੋਨ ਨਿਕਲੇ ਸੀਗੇ ਉਹ ਕੈਡਮੀਅਮ ਨਿਊਕਲੀਅਸ ਜਿਹੜਾ ਉਹਨਾਂ ਨੂੰ ਕੈਪਚਰ ਕਰ ਲੂਗਾ, मतलब ये न्यूट्रॉन फॉल कर जाएंगे कैडमियम के न्यूक्लीयस तो कैडमियम का जो न्यूक्लीयस है एक्साइटेड स्टेट चला जाऊगा तो जो वो डी एक्साइट होगा तो एनर्जी रिलीज़ करूगा 8 MeV की, फिक्स अमाउंट एनर्जी रिलीज़ करूगा 8 MeV की। तो गामा रे डिटेक्टर लगाए गए उस टैंक के नाल, वो गामा रे डिटेक्टर ने पहला तो एनर्जी ऑबजर्व की 0.511 MeV की 2 टाइम्स क्योंकि 2 फोटॉन्स निकल रहे हैं, प्लस उन्हें एनर्जी उस तो बाद काउंट की 8 MeV की। मतलब उस डिटेक्टर ने ये एनर्जी नू ऑबजर्व किया भी इन्नी एनर्जी निकल रही है। ਇਹਦਾ मतलब कि ਜਿਹੜੇ न्यूट्रीनो या एंटी न्यूट्रीनो ने उन्हों का कॉन्सैप्ट सही सी। ਅਸੀਂ ਇਹਨੂੰ बोलते हैं इनवर्स बीटा डिके। ठीक है बेटा, पेपर 'ਚ कई बार क्वेश्चन आता है कि इनवर्स बीटा डिके की है और ये इंपॉर्टेंस की है, ये सिग्नीफिकेंस की है। ਇਹਦਾ सिग्नीफिकेंस है कि एक एक्सपैरीमेंटल वेरीफिकेशन है फॉर द एग्जिस्टेंस ऑफ न्यूट्रीनो, न्यूट्रीनो की एग्जिस्टेंस की एक्सपैरीमेंटल वेरीफिकेशन है। क्लीयर है। इत्थे अपना बेटा बीटा डिके जिहड़ा है वो कंप्लीट है। तो ये क्वेश्चन ध्यान च रखना है कि बीटा स्पैक्ट्रा कॉन्टीन्यूस क्यों है तो अल्फा स्पैक्ट्रा अपना डिस्क्रीट क्यों है। क्लीयर है। उस तो बाद बेटा ये 2 टॉपिक्स रह गए ने तुहाडे, गामा रे स्पैक्ट्रा रह गया तो इंटरनल कन्वर्शन रह गया, थोनों मैं नैक्सट टाइम करवाऊँगी। तो ये जिहड़े बैक क्वेश्चनस ने वो तुसीं पढ़ लेने ने सारे। थैंक्स अ लॉट।